जिस विषय ਨੂੰ ਮਜ਼ਮੂਨ ਨੂੰ ਲੈ ਕੇ ਅੱਜ ਅਸੀਂ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਚਿੰਤਨ ਕਰਨ ਦੇ ਵਾਸਤੇ ਬੈਠੇ ਹਾਂ। ਇਸ ਵਿਸ਼ੇ ਦੇ ਦੋ ਪੱਖ ਬੜੇ ਅਹਿਮ ਨੇ। ਇੱਕ ਤਾਂ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇਹ ਬਹੁਤ ਹੀ ਸਮੱਸਿਆਵਾਂ ਤੇ ਮੁਸ਼ਕਲਾਂ ਦੇ ਨਾਲ ਭਰਪੂਰ ਲੱਗ ਰਿਹਾ, ਤੇ ਦੂਸਰਾ ਇਹਦਾ ਪੱਖ ਇਹ ਹੈ ਕਿ ਗੁਰੂ ਸਾਹਿਬ ਨੇ ਇਸ ਨੂੰ ਜ਼ਿੰਦਗੀ ਦੇ ਬੜੇ ਸਹਿਜ ਰੂਪ ਦੇ ਵਿੱਚ ਰੱਖਿਆ ਸੀ। ਸੋ ਸਮੱਸਿਆ ਕਿੱਥੇ ਹੈ? ਚਿੰਤਨ ਇਸ ਗੱਲ ਦਾ ਕਰਨਾ ਹੈ ਕਿ ਜਦੋਂ ਅਸੀਂ ਗ੍ਰਹਿਸਥ ਮਾਰਗ ਦੀ ਗੱਲ ਕਰਦੇ ਹਾਂ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਸਭ ਤੋਂ ਪਹਿਲੀ ਗੱਲ ਤਾਂ ਭਾਈ ਸਾਹਿਬ ਭਾਈ ਗੁਰਦਾਸ ਦੇ ਸ਼ਬਦਾਂ ਦੇ ਵਿੱਚ ਕਿ ਗਿਆਨਨ ਮੇ ਗਿਆਨ, ਧਿਆਨਨ ਮੇ ਧਿਆਨ, ਗੁਰ ਸਗਲ ਧਰਮ ਮੇ ਗ੍ਰਹਿਸਥ ਪ੍ਰਧਾਨ ਹੈ। ਇਹਦਾ ਮਤਲਬ ਕਿ ਧਾਰਮਿਕ ਜੀਵਨ ਜਾਂਚ ਦੇ ਵਿੱਚ ਗ੍ਰਹਿਸਥੀ ਦਾ ਜੀਵਨ ਜਿਹੜਾ ਉਹ ਪ੍ਰਧਾਨਤਾ ਦੇ ਯੋਗ ਹੈ। ਤੇ ਫਿਰ ਜਿਹੜਾ ਸਾਡਾ ਧਰਮ ਹੈ ਉਹ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹਦਾ ਮਤਲਬ ਸਾਡੇ ਧਰਮ ਦੀ ਜੀਵਨ ਜਾਂਚ ਵੀ ਬੜੀ ਸਹਿਜ ਵਾਲੀ ਹੈ, ਤੇ ਉਸ ਧਰਮ ਦੀ ਜੀਵਨ ਜਾਂਚ ਦੇ ਵਿੱਚ ਜੇ ਗ੍ਰਹਿਸਥ ਮਾਰਗ ਦੇ ਵਿੱਚ ਰਹਿੰਦਿਆਂ ਹੀ ਅਸੀਂ ਧਰਮ ਦੀਆਂ ਸਾਰੀਆਂ ਜ਼ਿੰਮੇਵਾਰੀਆਂ, ਉਹਦੀਆਂ ਮਾਨਤਾਵਾਂ, ਉਹਦੀ ਮਰਿਆਦਾ ਨੂੰ ਕਾਇਮ ਰੱਖ ਸਕਦੇ ਹਾਂ, ਤਾਂ ਫਿਰ ਸਮੱਸਿਆ ਕਿੱਥੇ ਹੈ? ਚਿੰਤਨ ਸਾਰਿਆਂ ਨੂੰ ਮਿਲ ਬੈਠ ਕੇ ਇਸ ਗੱਲ ਦਾ ਕਰਨਾ ਪਵੇਗਾ ਕਿ ਜੋ ਕੁਝ ਸਾਨੂੰ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਉਹ ਸਾਡੀ ਸਮਝ ਤੋਂ ਬਾਹਰ ਹੈ, ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਹੀ ਜਿਹੜੀਆਂ ਅਸੀਂ ਇਸ ਪਾਵਨ ਸੰਕਲਪ, ਮੈਂ ਪਾਵਨ ਸੰਕਲਪ ਇਸ ਕਰਕੇ ਵਰਤ ਰਿਹਾ ਕਿ ਅਸੀਂ ਇਸ ਨੂੰ ਆਨੰਦ ਕਾਰਜ ਦਾ ਨਾਮ ਦਿੰਦੇ ਹਾਂ। ਪਵਿੱਤਰ ਸੰਕਲਪ ਹੈ ਸਾਡੀ ਜ਼ਿੰਦਗੀ ਦੇ ਵਿੱਚ, ਜਾਂ ਫਿਰ ਅਸੀਂ ਬਾਹਰੋਂ ਜਾਂ ਸਮਾਜ ਦੇ ਵਿੱਚੋਂ ਐਸੀਆਂ ਰੀਤਾਂ ਤੇ ਐਸੀਆਂ ਮਾਨਤਾਵਾਂ ਨੂੰ ਇਸ ਪਾਵਨ ਸੰਕਲਪ ਦਾ ਹਿੱਸਾ ਬਣਾ ਲਿਆ ਹੈ ਕਿ ਅੱਜ ਇਹ ਸਾਡੇ ਸਾਹਮਣੇ ਇੱਕ ਸਮੱਸਿਆ ਦਾ ਕਾਰਨ ਬਣ ਗਿਆ। ਸੋ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਅੱਜ ਜੇ ਅਸੀਂ ਚਿੰਤਨ ਕਰਨ ਦੇ ਵਾਸਤੇ ਜਾਂ ਫਿਰ ਬਹੁ ਦਿਸ਼ਾਵੀ ਚਿੰਤਨ ਕਰਨ ਦੇ ਵਾਸਤੇ ਬੈਠੇ ਹਾਂ, ਤੇ ਇਸ ਸਾਰੇ ਵਰਤਾਰੇ ਦਾ ਜ਼ਿੰਮੇਵਾਰ ਕੌਣ ਹੈ? ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਵਿਚਾਰਧਾਰਾ ਜਾਂ ਫਿਰ ਗੁਰੂ ਪਾਤਸ਼ਾਹ ਦੀ ਬਖਸ਼ੀ ਵਿਚਾਰਧਾਰਾ ਨੂੰ ਛੱਡ ਕੇ ਅਸੀਂ ਆਪਣੇ ਆਪ ਹੀ ਆਂਢ ਗੁਆਂਢ ਦੇ ਸਮਾਜ ਦੇ ਵਿੱਚੋਂ ਜਿਹੜੀਆਂ ਮਨੌਤਾਂ ਨੂੰ ਇਸ ਦੇ ਵਿੱਚ ਸ਼ਾਮਲ ਕਰ ਲਿਆ ਉਹ ਜ਼ਿੰਮੇਵਾਰ ਨੇ। ਪਹਿਲੀ ਗੱਲ ਤਾਂ ਮੈਂ ਭਾਈ ਵੀਰ ਸਿੰਘ ਹੁਣਾਂ ਦੀ ਇੱਕ ਗੱਲ ਤੋਂ ਸ਼ੁਰੂ ਕਰਦਾ। ਇੱਕ ਬੱਚੀ ਨੇ ਉਹਨਾਂ ਨੂੰ ਚਿੱਠੀ ਲਿਖ ਕੇ ਇੱਕ ਸਵਾਲ ਕੀਤਾ ਸੀ ਕਿ ਬੱਚਿਆਂ ਨੂੰ ਧਰਮ ਦੀ ਵਿੱਦਿਆ ਕਦੋਂ ਦਿੱਤੀ ਜਾਵੇ, ਕਿਉਂਕਿ ਧਰਮ ਦੀ ਵਿੱਦਿਆ ਦੇ ਵਿੱਚੋਂ ਹੀ ਤੁਹਾਡੇ ਗ੍ਰਹਿਸਥ ਮਾਰਗ ਦੇ ਸੁਖਾਲੇ ਜੀਵਨ ਦਾ ਰਾਹ ਨਿਕਲਣਾ ਹੈ ਨਾ। ਉੱਥੇ ਸ਼ਬਦ ਵੀ ਬੱਚੀ ਸੀ। ਵੈਸੇ ਬੱਚੀ ਨੂੰ ਧਰਮ ਦੀ ਵਿੱਦਿਆ ਕਿਸ ਉਮਰ ਦੇ ਵਿੱਚ ਦਿੱਤੀ ਜਾਵੇ? ਤੇ ਭਾਈ ਸਾਹਿਬ ਦਾ ਜਵਾਬ ਬੜਾ ਪਿਆਰਾ ਸੀ ਕਿ ਬੱਚੀ ਨੂੰ ਧਰਮ ਦੀ ਵਿੱਦਿਆ ਉਸ ਦੇ ਜਨਮ ਤੋਂ 20 ਸਾਲ ਪਹਿਲਾਂ ਦਿੱਤੀ ਜਾਵੇ। ਇਹਦਾ ਮਤਲਬ ਇਹ ਸੀ ਕਿ ਬੱਚੀ ਦੀ ਮਾਂ ਜਿਸ ਦਾ 20 ਸਾਲ ਦੀ ਆਯੂ ਦੇ ਵਿੱਚ ਵਿਆਹ ਹੋਣਾ, ਪਹਿਲਾਂ ਧਰਮ ਦੇ ਵਿੱਚ ਉਹ ਪ੍ਰਗਟ ਹੋਵੇ। ਔਰ ਇਹ ਬੜੀ ਇੱਕ ਅਹਿਮ ਗੱਲ ਹੈ, ਇਹ ਛੋਟੀ ਗੱਲ ਨਹੀਂ। ਸਾਡੇ ਮਾਂ-ਬਾਪ ਦੇ ਜੀਵਨ ਸੰਸਕਾਰ, ਸਾਡੀ ਰਹਿਣ ਸਹਿਣ ਦੀ ਸਮਾਜ ਦੇ ਵਿੱਚ ਜੋ ਵੀ ਸਾਡਾ ਕਾਰ ਵਿਹਾਰ ਹੈ, ਉਸ ਦਾ ਅਸਰ ਸਾਡੀ ਆਉਣ ਵਾਲੀ ਉਮਰ ਦੇ ਉੱਪਰ, ਆਉਣ ਵਾਲੀ ਪੀੜ੍ਹੀ ਦੇ ਉੱਪਰ ਜ਼ਰੂਰ ਪੈਂਦਾ ਹੈ। ਔਰ ਇਸ ਤੱਥ ਨੂੰ ਕਦੀ ਤੁਸੀਂ ਨਕਾਰ ਹੀ ਨਹੀਂ ਸਕਦੇ ਕਿ ਮਾਂ ਦਾ ਪ੍ਰਭਾਵ ਜਿਹੜਾ ਸਭ ਤੋਂ ਵੱਧ ਬੱਚੇ ਦੇ ਜੀਵਨ ਦੇ ਉੱਪਰ ਹੁੰਦਾ ਹੈ। ਯਹੂਦੀਆਂ ਦੇ ਸਾਰੇ ਜੀਵਨ ਤੇ ਰਹਿਣ ਸਹਿਣ ਦੇ ਉੱਪਰ ਰਿਸਰਚ ਕਰਨ ਵਾਲੇ ਇੱਕ ਡਾਕਟਰ ਨੇ ਸਟੀਫਨ ਕਾਰਲਨ, ਉਹਨਾਂ ਦਾ ਇੱਕ ਥੀਸਿਸ ਬੜਾ ਮਸ਼ਹੂਰ ਹੈ। ਉਹ ਕਹਿੰਦੇ ਜੇ ਤੁਸੀਂ ਗੈਰ ਯਹੂਦੀ ਹੋ
ਤੇ ਧਿਆਨ ਦੇ ਨਾਲ ਕਿਤੇ ਉਸ ਯਹੂਦੀ ਦੇ ਘਰ ਨਾ ਚਲੇ ਜਾਇਓ ਜਿਸ ਘਰ ਦੇ ਵਿੱਚ ਕਿਸੇ ਯਹੂਦੀ ਦੀ ਨੌਂ ਜਾਂ ਬੱਚੀ ਗਰਭਵਤੀ ਹੈ, ਪ੍ਰੈਗਨੈਂਟ। ਹੁਣ ਤੁਹਾਡਾ ਸਵਾਲ ਹੋਵੇਗਾ ਕਿ ਕਿਉਂ? ਸ਼ਾਇਦ ਉਸ ਨੂੰ ਵੀ ਪੁੱਛਿਆ ਹੋਵੇਗਾ ਕਿ ਕਿਉਂ ਨਾ ਜਾਇਆ ਜਾਵੇ ਉਸ ਘਰ ਦੇ ਵਿੱਚ। ਕਹਿੰਦਾ ਕਿ ਇਸ ਕਰਕੇ ਕਿ ਹੋ ਸਕਦਾ ਹੈ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਨਕਾਰਾਤਮਕ ਗੱਲਾਂ ਕਰੋ, ਤੁਹਾਡੀ ਚਰਚਾ ਜਿਹੜੀ ਹੈ ਨੈਗੇਟਿਵਿਟੀ ਦੇ ਉੱਪਰ ਹੋਵੇ। ਉਹ ਇਸ ਗੱਲ ਨੂੰ ਆਪਣੇ ਪਰਿਵਾਰ ਦੇ ਵਿੱਚ ਪ੍ਰਵਾਨ ਨਹੀਂ ਕਰਦੇ ਕਿ ਬੱਚੀ ਗਰਭਵਤੀ ਹੈ ਤੇ ਘਰ ਦੇ ਵਿੱਚ ਨਕਾਰਾਤਮਕ ਚਰਚਾ ਕੀਤੀ ਜਾਵੇ, ਪਹਿਲੀ ਗੱਲ। ਦੂਸਰੀ ਗੱਲ, ਹੋ ਸਕਦਾ ਹੈ ਤੁਸੀਂ ਕਿਸੇ ਲੈਫਟਿਸਟ ਆਈਡੀਓਲੋਜੀ ਦੇ ਵਿੱਚੋਂ, ਰੈਸ਼ਨਲਿਜ਼ਮ ਦੇ ਵਿੱਚੋਂ ਤੁਸੀਂ ਧਰਮ ਵਿਰੋਧੀ ਚਰਚਾ ਕਰੋ। ਕਹਿੰਦੇ ਧਰਮ ਦੇ ਵਿਰੋਧੀ ਚਰਚਾ ਵੀ ਉਸ ਘਰ ਦੇ ਵਿੱਚ ਪ੍ਰਵਾਨ ਨਹੀਂ ਹੈ ਜਿਸ ਘਰ ਦੇ ਵਿੱਚ ਬੱਚੀ ਗਰਭਵਤੀ ਹੈ। ਤੀਸਰੀ ਗੱਲ, ਹੋ ਸਕਦਾ ਹੈ ਤੁਸੀਂ ਕਿਸੇ ਨਸ਼ੇ ਦੀ ਵਰਤੋਂ ਕਰਦੇ ਹੋ, ਉਹਨੇ ਬ੍ਰੈਕਟਡ ਸਪੈਸ਼ਲ ਲਿਖਿਆ ਸਮੋਕਿੰਗ। ਹੋ ਸਕਦਾ ਹੈ ਤੁਸੀਂ ਕਿਸੇ ਤੰਬਾਕੂ ਵਗੈਰਾ ਨਸ਼ੇ ਦੀ ਵਰਤੋਂ ਕਰਦੇ ਹੋ, ਤੇ ਜੇ ਤੁਸੀਂ ਉਸ ਘਰ ਦੇ ਵਿੱਚ ਨਸ਼ੇ ਦੀ ਵਰਤੋਂ ਕਰਕੇ ਜਾਓਗੇ ਤੇ ਉਹ ਤੁਹਾਨੂੰ ਬਾਂਹ ਤੋਂ ਫੜ ਕੇ ਉਠਾ ਸਕਦੇ ਨੇ ਕਿ ਸਾਡੇ ਘਰੋਂ ਬਾਹਰ ਚਲੇ ਜਾਓ। ਇਹ ਮੈਂ ਯਹੂਦੀਆਂ ਦੀ ਗੱਲ ਕਰ ਰਿਹਾ, ਔਰ ਇਸ ਪੇਪਰ ਦਾ ਨਾਮ ਹੈ ਵਾਈ Jewish people so smart, ਸਟੀਫਨ ਕਾਰਪਨ ਦਾ। ਹੁਣ ਇੱਥੇ ਅਸੀਂ ਇਸ ਗੱਲ ਦਾ ਚਿੰਤਨ ਜ਼ਰੂਰ ਕਰਨਾ ਹੈ, ਜਿਹੜੀ ਗੱਲ ਭਾਈ ਵੀਰ ਸਿੰਘ ਨੇ ਕੀਤੀ ਹੈ ਕਿ ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ ਧਰਮ ਦੀ ਵਿੱਦਿਆ ਆਰੰਭ ਹੋ ਜਾਵੇ, ਇਹਦਾ ਮਤਲਬ ਉਸ ਵਿੱਦਿਆ ਦਾ ਸੰਬੰਧ ਮਾਂ ਦੇ ਨਾਲ ਹੈ। ਪਰ ਕੀ ਸਾਡੇ ਘਰਾਂ ਦੇ ਵਿੱਚ ਅਜਿਹਾ ਮਾਹੌਲ ਸਾਡੀ ਅੱਜ ਦੀ ਜੀਵਨ ਜਾਂਚ ਦਾ ਹਿੱਸਾ ਹੈ? ਇਹ ਪਹਿਲਾ ਸਵਾਲ ਸਾਡੇ ਤੇ ਹੈ। ਕੀ ਅਸੀਂ ਇਸ ਗੱਲ ਲਈ ਤਿਆਰ ਹਾਂ? ਮੇਰੀਆਂ ਕੁਝ ਗੱਲਾਂ ਨੂੰ ਨਾ ਤਾਂ ਇਸ ਰੂਪ ਦੇ ਵਿੱਚ ਲਿਓ ਕਿ ਮੈਂ ਤੁਹਾਡੇ ਤੇ ਕੋਈ ਤੰਜ ਕੱਸ ਰਿਹਾ, ਨਾ ਇਸ ਰੂਪ ਦੇ ਵਿੱਚ ਲਿਓ ਕਿ ਮੈਂ ਤੁਹਾਡੇ ਤੇ ਕੋਈ ਟਿੱਪਣੀ ਕਰ ਰਿਹਾ। ਉਹਨੂੰ ਬੜੇ ਸਹਿਜ ਦੇ ਨਾਲ ਵਿਚਾਰਨ ਦਾ ਯਤਨ ਕਰਿਓ। ਯਹੂਦੀਆਂ ਦੇ ਵਿੱਚ ਬੱਚੀ ਗਰਭਵਤੀ ਹੁੰਦੀ, ਉਸਨੂੰ ਇੱਕ ਡਾਈਟ ਚਾਰਟ ਦਿੱਤਾ ਜਾਂਦਾ ਹੈ। ਉਹਦੇ ਵਿੱਚ, ਕਿਉਂਕਿ ਵਿਆਹ ਦੀ ਗੱਲ ਤੱਕ ਆਪਾਂ ਬਾਅਦ 'ਚ ਜਾਵਾਂਗੇ, ਜਿੰਨਾ ਚਿਰ ਸੰਸਕਾਰ ਜਨਮ ਤੋਂ ਸ਼ੁਰੂ ਨਹੀਂ ਹੁੰਦੇ ਉਹਨਾਂ ਚਿਰ ਤੱਕ ਫਿਰ ਅਸੀਂ ਉਸ ਅਵਸਥਾ 'ਚ ਨਹੀਂ ਪਹੁੰਚ ਸਕਦੇ ਜਿਹੜੀ ਸਾਡੀ ਸੂਹੀ ਰਾਗ ਦੇ ਵਿੱਚ ਚੌਥੀ ਲਾਮ ਦੀ ਅੰਤਮ ਗੱਲ ਹੈ ਨਾ, ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ। ਉੱਥੇ ਨਹੀਂ ਪਹੁੰਚਿਆ ਜਾ ਸਕਦਾ ਜਿੰਨਾ ਚਿਰ ਤੱਕ ਤੁਸੀਂ ਆਰੰਭ ਤੋਂ ਨਹੀਂ ਸ਼ੁਰੂ ਕਰੋਗੇ। ਸੋ ਆਰੰਭ ਦੇ ਵਿੱਚ ਬੱਚੀ ਦਾ ਡਾਈਟ ਚਾਰਟ ਹੈ। ਉਸ ਡਾਈਟ ਚਾਰਟ ਦੇ ਵਿੱਚ ਜਿੱਥੇ ਰਿਚ ਆਇਰਨ, ਕੈਲਸ਼ੀਅਮ ਡਾਈਟ, ਇਹਨਾਂ ਸਭ ਕੁਝ, ਮਲਟੀਵਿਟਾਮਿਨ, ਮਿਨਰਲ ਸਭ ਕੁਝ ਹੈ। ਉਹਦੇ ਨਾਲ ਨਾਲ ਪਤਾ ਕੀ ਹੈ, ਗਰਭਵਤੀ ਬੱਚੀ ਨੇ ਆਪਣੇ ਧਰਮ ਦੀਆਂ ਕਿਤਾਬਾਂ ਦਾ ਅਧਿਐਨ ਜ਼ਰੂਰ ਕਰਨਾ ਹੈ। ਗਰਭਵਤੀ ਬੱਚੀ ਨੇ ਚੰਗਾ ਸੰਗੀਤ ਸੁਣਨਾ ਹੈ। ਗਰਭਵਤੀ ਬੱਚੀ ਨੇ ਉਚੇਰੇ, ਉਸਾਰੂ ਤੇ ਕੰਸਟਰਕਟਿਵ ਮੁੱਦਿਆਂ ਦੇ ਉੱਪਰ ਵਿਚਾਰ ਕਰਨੀ ਹੈ। ਗਰਭਵਤੀ ਬੱਚੀ ਨੇ ਮੈਥ ਦੀਆਂ ਜਿਹੜੀਆਂ ਪਜ਼ਲਸ ਨੇ ਉਹਨਾਂ ਨੂੰ ਹੱਲ ਕਰਕੇ ਵੇਖਣਾ ਹੈ। ਉਸ ਨੇ ਸਾਇੰਸ ਦੇ ਫਾਰਮੂਲਿਆਂ ਨੂੰ ਸਮਝਣ ਦਾ ਯਤਨ ਕਰਨਾ ਹੈ। ਤੇ ਸਾਡੇ ਘਰਾਂ ਦੇ ਵਿੱਚ ਬੱਚੀ ਗਰਭਵਤੀ ਹੁੰਦੀ ਹੈ ਤਾਂ ਪਹਿਲੀ ਨਕਾਰਾਤਮਕ ਚਰਚਾ ਸ਼ੁਰੂ ਇੱਥੋਂ ਹੋ ਜਾਂਦੀ ਹੈ ਕਿ ਕੁੜੀ ਹੋਵੇਗੀ ਜਾਂ ਮੁੰਡਾ। ਔਰ ਸੱਚ ਜਾਣਿਓ, ਬਰਥ ਤੱਕ, ਡਿਲੀਵਰੀ ਤੱਕ ਇੱਕ ਬੋਝ ਹੁੰਦਾ ਹੈ, ਕੁੜੀ ਜਾਂ ਮੁੰਡਾ। ਇਹ ਸੱਚ ਹੈ। ਦੂਸਰੀ ਗੱਲ, ਸਾਡਾ ਡਾਈਟ ਚਾਰਟ ਕੀ ਹੈ? ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਗੋਲ ਗੱਪਿਆਂ ਤੋਂ ਸ਼ੁਰੂ ਹੋ ਕੇ ਟਿੱਕੀਆਂ ਤੇ ਜਾਣਾ। ਸਾਡਾ ਕੁਝ ਵੀ ਇਵੇਂ ਦਾ ਨਹੀਂ ਹੈਗਾ। ਤੀਸਰੀ ਗੱਲ, ਕੀ ਸਾਡੇ ਘਰਾਂ ਦੇ ਵਿੱਚ ਨਕਾਰਾਤਮਕ ਚਰਚਾ ਨੂੰ ਨਕਾਰਿਆ ਜਾਂਦਾ ਹੈ ਕਿ ਅਸੀਂ ਪਰਿਵਾਰ ਦੇ ਵਿੱਚ ਉਸ ਬੱਚੀ ਦੇ ਸਾਹਮਣੇ ਇਹੋ ਜਿਹੀ ਚਰਚਾ ਨਹੀਂ ਕਰਨੀ ਜਿਹਦੇ ਕਰਕੇ ਉਹਦੇ ਮਨ ਦੇ ਵਿੱਚ ਨਕਾਰਾਤਮਕ ਵਿਚਾਰ ਆਉਣ? ਨਹੀਂ ਹੁੰਦਾ। ਸੋ ਪਹਿਲੀ ਗੱਲ ਤਾਂ ਇਹ ਕਿ ਜਿੱਥੋਂ ਬੱਚੇ ਦਾ ਜੀਵਨ ਸ਼ੁਰੂ ਹੋਣਾ ਹੈ, ਉਸ ਜੀਵਨ ਦੀ ਆਰੰਭਤਾ ਦੇ ਵਿੱਚ ਅਸੀਂ ਬੱਚੇ ਨੂੰ ਉਹ ਮਾਹੌਲ ਹੀ ਨਹੀਂ ਦੇ ਰਹੇ। ਉਹ ਮਾਹੌਲ ਦਿੱਤਾ ਹੀ ਨਹੀਂ ਜਾ ਰਿਹਾ। ਇਹ ਸਾਡੀ ਆਰੰਭਤਾ ਹੈ।
ਇਹ ਸਾਡਾ ਮੂਲ ਹੈ, ਇਹ ਸਾਡਾ ਮੁੱਢ ਹੈ। ਤੇ ਫਿਰ ਅਸੀਂ ਕਹਿੰਦੇ ਹਾਂ ਕਿ ਨਹੀਂ, ਆਹ ਸਮੱਸਿਆਵਾਂ ਜੀਵਨ ਦੇ ਵਿੱਚ ਖੜੀਆਂ ਹੋ ਰਹੀਆਂ ਨੇ, ਪਰ ਉਹਨਾਂ ਸਮੱਸਿਆਵਾਂ ਨੂੰ ਸਾਨੂੰ ਆਰੰਭ ਤੋਂ ਬਿਲਕੁਲ ਮੂਲ ਤੋਂ ਸਮਝਣਾ ਪਵੇਗਾ। ਜਿਹੜੀ ਗੱਲ ਮੈਂ ਭਾਈ ਵੀਰ ਸਿੰਘ ਤੋਂ ਸ਼ੁਰੂ ਕੀਤੀ ਸੀ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝਣੀ ਪਵੇਗੀ ਕਿ ਜਿਸ ਬੱਚੀ ਦੇ ਅਗਲੇਰੇ ਜੀਵਨ ਦੀ ਚਿੰਤਾ ਅਸੀਂ ਉਹਦੀ 20 ਸਾਲ ਦੀ ਉਮਰ ਦੇ ਵਿੱਚ ਜਾ ਕੇ ਕਰਨੀ ਹੈ, ਕਿ ਜਦੋਂ ਅਸੀਂ 20 ਸਾਲ ਦੇ ਸੀ ਅਸੀਂ ਭਵਿੱਖ ਦੀ ਚਿੰਤਾ ਸ਼ੁਰੂ ਕਰ ਦਿੱਤੀ। ਇੱਕ ਅਹਿਮ ਗੱਲ ਤਾਂ ਇਹ ਹੈ, ਬੱਚੀ ਜਾਂ ਬੱਚਾ, ਲੜਕੀ ਜਾਂ ਲੜਕਾ, ਕੋਈ ਵੀ, ਕੀ ਅਸੀਂ ਉਸ ਸਮੇਂ ਦੇ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜਾਂ ਫਿਰ ਇਹਨਾਂ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ। ਔਰ ਇਹਦਾ ਅਸਰ ਜ਼ਰੂਰ ਪੈਂਦਾ। ਜੇ ਮੈਂ ਤੁਹਾਨੂੰ, ਮੇਰਾ ਸੰਬੰਧ ਇਤਿਹਾਸ ਦੇ ਨਾਲ ਹੈ, ਮੈਂ ਤੁਹਾਨੂੰ ਇਤਿਹਾਸ ਦੇ ਵਿੱਚੋਂ ਇੱਕ ਉਦਾਹਰਨ ਦਿੰਦਾ। ਚੰਗੇਜ਼ ਖਾਨ, ਸਾਰਿਆਂ ਤੁਸੀਂ ਨਾਮ ਸੁਣਿਆ ਹੋਵੇਗਾ। ਬੇਸ਼ੱਕ ਸੁਭਾਅ ਦਾ ਬੜਾ ਕਰੂਰ ਸੀ, ਬੜਾ ਕਰੂਅਲ ਸੀ, ਪਰ ਬਹਾਦਰੀ ਤੇ ਕੋਈ ਸ਼ੱਕ ਨਹੀਂ। ਇੱਕ ਜੰਗ ਦੇ ਵਿੱਚ ਗਿਆ, ਜੰਗ ਜਿੱਤ ਕੇ ਆਇਆ, ਪਰਿਵਾਰ ਪਿੱਠ ਤੇ ਖਾ ਕੇ ਆਇਆ। ਤੇ ਜਦੋਂ ਘਰ ਵੜਿਆ ਤਾਂ ਉਹਦੇ ਬਾਪ ਦੇ ਬੜੇ ਇੱਕ ਸਿਆਣੇ ਸਲਾਹਕਾਰ ਨੇ ਇੱਕ ਸਵਾਲ ਕੀਤਾ। ਕਹਿੰਦਾ ਤੇਨਜ਼ਿੰਗ, ਚੰਗੇਜ਼ ਖਾਨ ਬਾਅਦ ਚ ਬਣਦਾ, ਪਹਿਲਾ ਨਾਮ ਤੇਨਜ਼ਿੰਗ ਹੈ। ਕਹਿੰਦਾ ਤੇਨਜ਼ਿੰਗ ਇਹ ਕੀ ਹੋਇਆ, ਜੰਗ ਜਿੱਤ ਕੇ ਆਇਆ, ਪਰਿਵਾਰ ਪਿੱਠ ਤੇ ਵਾਰ ਤਾਂ ਮੈਦਾਨੇ ਜੰਗ ਦੇ ਸੂਰਮੇ ਨਹੀਂ ਖਾਂਦੇ ਕਦੇ। ਤੁਹਾਨੂੰ ਯਾਦ ਹੋਵੇਗਾ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੁਝਾਰ ਸਿੰਘ ਨੂੰ ਮੈਦਾਨੇ ਜੰਗ 'ਚ ਭੇਜਦੇ ਨੇ, ਤੇ ਸ਼ਬਦ ਪਤਾ ਕੀ ਹੈ, ਖਾਹਿਸ਼ ਹੈ ਤੁਮੇ ਦੇਖ ਜਲਾਤੇ ਹੋਏ ਦੇਖੇ, ਹਮ ਆਂਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ। ਫਿਰ ਜਦੋਂ ਤੀਰ ਵੱਜਦਾ ਵੀ ਉਹਦਾ, ਇਤਨੇ ਮੇ ਖਦੰਗ ਆਗੇ ਲਗਾ ਹਾਏ ਜ਼ਿਕਰ ਮੇ ਥਾ ਤੀਰ ਕਲੇਜ਼ੇ ਮੇ ਜਾਂ ਕਾਟਾ ਗੁਲੇਤਰ ਮੇ। ਖੈਰ ਇਹ ਵਿਸ਼ਾ ਨਹੀਂ ਹੈ, ਅਸੀਂ ਉਸ ਤੇ ਚੱਲੀਏ। ਉਸ ਦੇ ਬਾਪ ਦਾ ਸਲਾਹਕਾਰ ਕਹਿੰਦਾ ਜੰਗ ਤੇ ਜਿੱਤ ਆਇਆ, ਪਰ ਕਿਤੇ ਨਾ ਕਿਤੇ ਜੰਗ ਦੇ ਵਿੱਚ ਕੁਛ ਨਾ ਕੁਛ ਨਕਾਰਾਤਮਕ ਜ਼ਰੂਰ ਵਾਪਰਿਆ। ਕਹਿੰਦਾ ਹਾਂ ਵਾਪਰਿਆ। ਕਹਿੰਦਾ ਵਾਪਰਿਆ ਇਹ ਹੈ ਕਿ ਮੈਨੂੰ ਜੰਗ ਲੜਦਿਆਂ ਇੱਕ ਵਾਰੀ ਡਰ ਆਇਆ ਕਿ ਸ਼ਾਇਦ ਮੈਂ ਜਿੱਤ ਨਹੀਂ ਸਕਦਾ, ਸ਼ਾਇਦ ਮੈਂ ਲੜ ਨਹੀਂ ਸਕਦਾ, ਤੇ ਮੈਂ ਜੰਗ ਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਦੁਸ਼ਮਣ ਨੇ ਪਿੱਛੇ ਵਾਰ ਕਰ ਦਿੱਤਾ। ਉਹ ਹੁਣ ਸਵਾਲ ਕਰਦਾ ਹੈ, ਕਹਿੰਦਾ ਕਿ ਜਿਹੜੇ ਬਾਪ ਦਾ ਤੂੰ ਪੁੱਤਰ ਆ ਤੇ ਜਿਹੜੀ ਮਾਂ ਦਾ ਤੂੰ ਦੁੱਧ ਚੁੰਘਿਆ, ਤੂੰ ਮੈਦਾਨੇ ਜੰਗ ਚੋਂ ਭੱਜ ਨਹੀਂ ਸਕਦਾ। ਕਿਤੇ ਨਾ ਕਿਤੇ ਕੋਈ ਖੋਟ ਹੈ। ਮਾਂ ਦੇ ਕੋਲ ਜਾਂਦਾ ਹੈ ਤੇ ਸਵਾਲ ਕਰਦਾ, ਕਹਿੰਦਾ ਮਾਂ ਮੈਨੂੰ ਰਾਜ ਦਰਬਾਰ ਦੇ ਲੋਕ ਕਹਿੰਦੇ ਨੇ ਕਿ ਤੇਰਾ ਬਾਪ ਬਹਾਦਰ ਤੇ ਤੇਰੀ ਮਾਂ ਬੜੀ ਅਣਖ ਵਾਲੀ, ਦ੍ਰਿੜਤਾ ਵਾਲੀ, ਸਮਰਪਿਤ ਔਰਤ ਹੈ, ਜਿਸਨੇ ਸਾਰੇ ਕਬੀਲੇ ਦੇ ਉੱਪਰ ਰਾਜ ਕਰਨ ਦਾ ਗੁਰ ਸਿਖਾਇਆ ਤੇਰੇ ਬਾਪ ਨੂੰ। ਉਸ ਮਾਂ ਦਾ ਦੁੱਧ ਚੁੰਘਣ ਵਾਲਾ ਪੁੱਤ ਮੈਦਾਨੇ ਜੰਗ ਚੋਂ ਪਿੱਠ ਤੇ ਵਾਰ ਖਾ ਕੇ ਨਹੀਂ ਆ ਸਕਦਾ। ਕਾਰਨ ਕੀ ਹੈ? ਸੱਚਮੁੱਚ ਹੀ ਮੈਂ ਆਪਣੇ ਬਾਪ ਦੀ ਔਲਾਦ ਹਾਂ ਜਦ ਤੇਰੇ ਦੁੱਧ ਤੇ ਕੋਈ ਸ਼ੱਕ ਹੈ? ਉਹ ਕਹਿੰਦੀ ਨਹੀਂ ਬੇਟਾ, ਤੂੰ ਆਪਣੇ ਬਾਪ ਦੀ ਹੀ ਔਲਾਦ ਹੈ। ਹਾਂ, ਦੁੱਧ ਦੇ ਬਾਰੇ ਇੱਕ ਦਿਨ ਜ਼ਰੂਰ ਛੋਟੀ ਜਿਹੀ ਘਟਨਾ ਦੱਸ ਦਿੰਦੀ ਹੈ। ਕਹਿੰਦੀ ਆ ਜੋ ਕੁਛ ਤੇਰੇ ਨਾਲ ਹੋਇਆ ਹੈ ਨਾ, ਇਹ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੋਣਾ ਹੀ ਸੀ। ਕਹਿੰਦਾ ਕਿਉਂ? ਕਹਿੰਦੀ ਇਸ ਕਰਕੇ ਕਿ ਇੱਕ ਵਾਰੀ ਤੇਰਾ ਬਾਪ ਕਿਸੇ ਕਬੀਲੇ ਨੂੰ ਜਿੱਤ ਕੇ ਆਇਆ ਤੇ ਉਸ ਕਬੀਲੇ ਦੀਆਂ ਬਹੁਤ ਸਾਰੀਆਂ ਔਰਤਾਂ ਨੂੰ ਬੰਦੀ ਬਣਾ ਕੇ ਲੈ ਆਇਆ। ਇੱਕ ਔਰਤ ਬੜੀ ਖੂਬਸੂਰਤ ਸੀ, ਉਹਦਾ ਬੱਚਾ ਵੀ ਤੇਰੇ ਜਿੱਡਾ ਸੀ ਗੋਦੀ ਦੇ ਵਿੱਚ, ਉਦੋਂ ਤੂੰ ਵੀ ਮੇਰੀ ਗੋਦ ਦੇ ਵਿੱਚ ਸੀ, ਤੇ ਮੈਂ ਉਸ ਔਰਤ ਨੂੰ ਮਦਦ ਕਰਨ ਦੇ ਵਾਸਤੇ ਐਜ਼ ਏ ਕਨੀਜ਼ ਆਪਣੇ ਘਰ ਦੇ ਵਿੱਚ ਰੱਖ ਲਿਆ, ਜਿਸ ਤਰ੍ਹਾਂ ਅਸੀਂ ਮੇਡ ਘਰ ਦੇ ਵਿੱਚ ਰੱਖ ਲੈਂਦੇ, ਗੁਲਾਮ ਔਰਤ ਸੀ। ਕਹਿੰਦੀ ਇੱਕ ਦਿਨ ਤੇਰਾ ਬਾਪ ਮੈਦਾਨੇ ਜੰਗ ਦੇ ਵਿੱਚੋਂ ਜਿੱਤ ਕੇ ਆਇਆ, ਤੂੰ ਰੋ ਰਿਹਾ ਸੀ ਤੇ ਤੇਰੇ ਬਾਪ ਨੂੰ ਤੇਰਾ ਰੋਣਾ ਪਸੰਦ ਨਹੀਂ ਸੀ, ਤੇ ਮੈਂ ਚੁੱਕ ਕੇ ਉਸ ਗੁਲਾਮ ਔਰਤ ਨੂੰ ਦੇ ਦਿੱਤਾ। ਤੂੰ ਚੁੱਪ ਨਾ ਕੀਤਾ ਤੇ ਉਹਦਾ ਬੱਚਾ ਵੀ ਤੇਰਾ ਹਾਣੀ ਸੀ, ਉਹਨੇ ਤੈਨੂੰ ਆਪਣਾ ਦੁੱਧ ਪਿਆ ਦਿੱਤਾ। ਕਹਿੰਦੀ ਉਧਰ ਮੈਂ ਸਮਝ ਗਿਆ ਸੀ ਕਿ ਇੱਕ ਗੁਲਾਮ ਔਰਤ ਦਾ ਇੱਕ ਘੁੱਟ ਦੁੱਧ ਤੇ ਪੀਤਾ, ਪਰ ਇਹਦਾ ਇਵਜ਼ਾਨਾ ਜ਼ਰੂਰ ਭਰਨਾ ਪਵੇਗਾ, ਤੇਰੀ ਜ਼ਿੰਦਗੀ ਜਿਸ ਦਾ ਅਸਰ ਜ਼ਰੂਰ ਰਹੇਗਾ। ਤੁਸੀਂ ਮੰਗੋਲੀਆ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਇਹਦਾ ਬਕਾਇਦਾ ਜ਼ਿਕਰ ਹੁੰਦਾ ਹੈ
ਕਿ ਦੁੱਧ ਤੇ ਬੁੱਧ, ਇਹ ਸਾਡੀ ਪੰਜਾਬੀ ਦੀ ਕਹਾਵਤ ਵੀ ਰਹੀ ਹੈ। ਔਰ ਕਿੰਨਾ ਸੋਹਣਾ ਇੱਕ ਸ਼ਾਇਰ ਮੁਸਲਮਾਨ ਨੇ ਲਿਖਿਆ ਸੀ ਨਾ, ਕਿ ਹੁਣ ਕਹਿੰਦੇ ਕਿ ਖੁਸ਼ਬੂ ਕਹਾਂ ਸੇ ਆਏ ਤਿਫਲ ਸੇ ਬਾਪ ਕੇ ਕਿਰਦਾਰ ਕੀ, ਕਿ ਹੁਣ ਅਸੀਂ ਕਹਿੰਦੇ ਕਿ ਸਾਡੇ ਬੱਚਿਆਂ ਦੇ ਵਿੱਚੋਂ ਬਾਪ ਦੇ ਕਿਰਦਾਰ ਦੀ ਖੁਸ਼ਬੂ ਆਵੇ ਕਿੱਥੋਂ? ਦੁੱਧ ਤੇ ਡੱਬੇ ਦਾ ਪਿਆਰ ਹੈ। ਹੁਣ ਕਿੱਥੋਂ ਆ ਜਾਵੇ ਉਹ ਖੁਸ਼ਬੂ, ਕਿੱਥੋਂ ਆ ਜਾਵੇ ਉਹ ਕਿਰਦਾਰ, ਜਿਸ ਕਿਰਦਾਰ ਦੀ ਅਸੀਂ ਗੱਲ ਕਰਦੇ ਹਾਂ, ਉਹ ਹੁਣ ਨਹੀਂ ਆਵੇਗਾ ਜੇਕਰ ਅਸੀਂ ਆਪਣੀ ਜੀਵਨ ਜਾਚ ਤੇ ਜੀਵਨ ਢੰਗ ਦੇ ਵਿੱਚ ਤਬਦੀਲੀ ਨਾ ਲਿਆਂਦੇ। ਫਿਰ ਇਹ ਸੰਭਵ ਨਹੀਂ ਹੈ। ਫਿਰ ਅੱਜ ਇਹ ਸਮੱਸਿਆ ਜਿਹੜੀ ਤੁਹਾਨੂੰ ਛੋਟੀ ਲੱਗ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆ ਹੋਰ ਵੱਡੀ ਹੁੰਦੀ ਜਾਵੇਗੀ ਔਰ ਬਹੁਤ ਵੱਡੀ ਹੋਵੇਗੀ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ।